ਇਹ ਬੜੀ ਪਿਆਰੀ ਬੱਚੀ ਹੈ, ਅਰਾਊਂਡ 17 ਇਅਰਸ ਇਹਦੀ ਏਜ ਹੈ। ਬੈਕ ਆਫ ਥਾਈ ਪੱਟ ਦੀ ਬੈਕ ਸਾਈਡ ਤੇ ਇੱਕ ਸਵੈਲਿੰਗ ਜਾਂ ਇੱਕ ਗੰਢ ਨੂੰ ਲੈ ਕੇ ਪਰੇਸ਼ਾਨ ਸੀ। ਪਹਿਲਾਂ ਜੋ ਸੀਗੀ ਮੈਨੂੰ ਪ੍ਰੋਬਲਮ ਸੀਗੀ ਕਿ ਮੇਰੇ ਭਾਰ ਬਹੁਤ ਸੀਗਾ ਲੱਤ ਦੇ ਵਿੱਚ, ਬਟ ਹੁਣ ਕੀ ਆ ਕਿ ਮੈਨੂੰ ਆਪਣੇ ਆਪ ਨੂੰ ਰਿਲੈਕਸ ਫੀਲ ਹੁੰਦਾ ਆ ਔਰ ਹੁਣ ਮੈਂ ਖੁਸ਼ ਵੀ ਆ ਕਿ ਜੋ ਚਾਹਾਂ ਮੈਂ ਵੀਅਰ ਵੀ ਕਰ ਸਕਦੀ ਆ। ਬਾਕੀ ਹਸਪੀਟਲ ਦੇ ਵਿੱਚ ਆਪਾਂ ਕਈ ਦੇਖਦੇ ਕਿ ਡਾਕਟਰ ਗੱਲ ਨਹੀਂ ਸੁਣਦੇ ਹੈਗੇ, ਸੋ ਮੈਂ ਇਸ ਹਸਪੀਟਲ ਦੀ ਇਹੀ ਤਾਰੀਫ ਕਰਨਾ ਚਾਹੁੰਦੀ ਆ ਕਿ ਸਾਰੇ ਜਿਵੇਂ ਪੇਸ਼ੈਂਟ ਨੇ ਉਹਨਾਂ ਦੇ ਨਾਲ ਆਪ ਸਾਰਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਨੇ। ਦੀਪਕ ਵਿਕਾਸ ਡਾਕਟਰ ਜੀ ਮਿਲੇ ਨੇ, ਬਹੁਤ ਸਾਡੇ ਨਾਲ ਉਹਨਾਂ ਨੇ ਵਧੀਆ ਗੱਲਬਾਤ ਕੀਤੀ ਆ, ਬਹੁਤ ਸਾਨੂੰ ਰਾਹ ਪਾਇਆ ਨੇ। ਤਾਂ ਜਿੱਦਾਂ ਸਾਨੂੰ 6-7 ਸਾਲ ਤੋਂ ਡਾਕਟਰਾਂ ਨੇ ਰਾਹ ਨਹੀਂ ਸੀ ਪਾਇਆ, ਇਹਨਾਂ ਨੇ ਸਾਨੂੰ ਰਾਹ ਪਾਇਆ। ਤੁਹਾਡੇ ਵਰਗੇ ਸਰਜਨਸ ਲਈ ਜਿਵੇਂ 6 ਘੰਟੇ ਸਰਜਰੀ, ਉਹ ਕਹਿੰਦੇ ਸਾਡੇ ਲਈ ਬੇਹੋਸ਼ ਕਰਨਾ ਹੀ ਆਪਣੇ ਆਪ 'ਚ ਚੈਲੰਜ ਸੀ। ਸੋ ਤੁਸੀਂ ਤਾਂ 6 ਘੰਟੇ ਉਹਨੂੰ ਆਪਰੇਟ ਕਰਨਾ ਸੀ। ਸੋ ਕਿੱਦਾਂ ਦੀ ਉਸ ਟਾਈਮ ਫੀਲਿੰਗਸ ਹੁੰਦੀਆਂ, ਕੀ ਦਿਮਾਗ 'ਚ ਕਸ਼ਮਕਸ਼ ਚੱਲ ਰਹੀ ਹੁੰਦੀ? ਜਦੋਂ ਸਰਜਨ ਟੇਬਲ ਤੇ ਹੁੰਦਾ ਹੈ ਜੀ, ਸਰਜਨ ਦਾ ਪਲਸ ਰੇਟ ਤੇ ਮਰੀਜ਼ ਦਾ ਪਲਸ ਰੇਟ ਸੇਮ ਹੁੰਦਾ ਹੈ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है। तो अज का जिहड़ा टॉपिक है वो है मैडिकल। जी हाँ, मैडिकल जिहड़ा कि अज दे टाइम च सोशल मीडिया के इस दौर दे विच किते ना किते बहुत कई बार असीं देखिया कि डीफेम होंदा जा रहा है। पर मैडिकल दे विच बहुत सारे इदां दे चैलेंजिज हैगे है कि जेड़े शायद असी सिविलियंस बाहर बैठ के नहीं समझ सकते और असी बाहर बैठ के उसते कमेंट करना बहुत ईजीली आसान समझते हैं। तो कमेंट करके मतलब उन्होंने डीफेम करन च शायद किते ना किते पार्टिसिपेट कर जाते हैं अनजाने च। मैं नहीं कहता हरेक इंसान गलत नीयत नाल उन्होंने डीफेम करता, पर कई बार यह जी सिचुएशन होंदी है असी बिना सच्चाई जाने इस चीज़ को डीफेम कर दें। पर मैडिकल दे विच किन्नी क पेचीदगियां हैगियां, इस चीज़ का अंदाज़ा समय समय अलग अलग चीज़ों तो होंदा रहिंदा। अज असी तुहानूं एक इहो जिही ही एक सर्जरी इहो जिही ऑपरेशन के बारे जानू कराने लई दीपक हॉस्पिटल लुधियाना दे विच पहुंचे हैं, जिथे एक बहुत ही टफ पेचीदगियां भरी सर्जरी नूं जिहड़ा सक्सैसफुली कीता गया। और दिखावांगे अज असी तुहानूं मिलावांगे वो डॉक्टर नाल, वो बच्चे नाल जिन्हों इस सर्जरी चो होके गुजरना पिया और बड़े ही सक्सैसफुली तरीके नाल इस ते असी कामयाबी पाई है। सो गलबात करते हैं, जानते हैं डॉक्टर साहब तो कि पहला की तां सीगा ये सर्जरी, आफ्टर ऑल की पेचीदगियां सीगियां ते किद्दां इन्हां ने उहदे ते सक्सैस पाई। नमस्कार सर। नमस्कार जी, मैं डॉक्टर विकास गुप्ता, प्लास्टिक सर्जन इंचार्ज दीपक हॉस्पिटल। सो मैं कुछ इस पेशेंट्स दी बच्चे दी डिटेल दसांगा। ये बड़ी प्यारी बच्ची है, अराउंड 17 इयर्स ਇਹਦੀ ਏਜ ਹੈ ਤੇ ਇਹ ਸਾਡੇ ਕੋਲ ਥਰੂ ESI ਰੈਫਰ ਹੋ ਕੇ ਆਇਆ ਸੀਗਾ। ਇਹਦੀ ਹਿਸਟਰੀ ਇਹ ਹੈ ਕਿ ਇਹ ਤਕਰੀਬਨ 6 ਸਾਲਾਂ ਤੋਂ ਇੱਕ ਬੈਕ ਆਫ ਥਾਈ ਪੱਟ ਦੀ ਬੈਕ ਸਾਈਡ ਤੇ ਇੱਕ ਸਵੈਲਿੰਗ ਜਾਂ ਇੱਕ ਗੰਢ ਨੂੰ ਲੈ ਕੇ ਪਰੇਸ਼ਾਨ ਸੀ। ਇਹਨੂੰ ਇੱਦਾਂ ਲੱਗਦਾ ਸੀਗਾ ਕਿ ਉਹ ਇੱਕ ਵਜਨ ਹੈ ਔਰ ਚਾਲ ਦੇ ਵਿੱਚ ਫ਼ਰਕ ਪੈ ਰਿਹਾ ਸੀਗਾ, ਇਹਦਾ ਲਾਈਫ ਸਟਾਈਲ ਖ਼ਰਾਬ ਹੋ ਰਿਹਾ ਸੀ ਕਿਉਂਕਿ ਹੁਣ ਇਹ ਯੰਗ ਏਜ 'ਚ ਹੈ ਤੇ ਕਈ ਦਫਾ ਬੱਚੇ ਨੇ ਕੋਈ ਟਾਈਟ ਕਲੋਥ ਪਾਣੇ ਹੁੰਦੇ ਆ ਤੇ ਉਹ ਬਹੁਤ ਬੁਰੀ ਲੱਗਦੀ ਸੀ ਔਰ ਉਹਦੇ 'ਚ ਆਏ ਬਗਾਏ ਕਈ ਦਫਾ ਪੇਨ ਵੀ ਹੁੰਦੀ ਸੀ। ਸੋ ਇਹਨਾਂ ਨੇ ਸਾਡੇ ਹਸਪੀਟਲ ਆਉਣ ਤੋਂ ਪਹਿਲੇ ਅਰਾਊਂਡ 4 to 5 ਹਸਪੀਟਲ ਹੋਰ ਇਸ ਸ਼ਹਿਰ ਦੇ ਵਿਜ਼ਿਟ ਕੀਤੇ ਸੀਗੇ ਥਰੂ ESI। ਸੋ ਇਹਨਾਂ ਨੂੰ ਕਿਸੇ ਹਸਪੀਟਲ 'ਚ ਸਸਪੀਸ਼ੀਅਸ ਕੈਂਸਰ ਦਾ ਸ਼ੱਕ ਪਾਇਆ ਗਿਆ ਸੀ। ਉਹਦੇ ਡਾਇਰੈਕਸ਼ਨ 'ਚ ਇਹਨਾਂ ਦੇ ਕਈ ਟੈਸਟ ਜਿਹਦੇ 'ਚ CT ਸਕੈਨ, MRI, ਕੁਛ ਪੈਥੋਲੋਜੀਕਲ ਟੈਸਟ ਵੀ ਕੀਤੇ ਗਏ। ਸੋ ਜਦੋਂ ਇਹ ਸਾਡੇ ਕੋਲ ਰੈਫਰ ਹੋ ਕੇ ਆਏ ਤੇ ਅਸੀਂ ਇਹਨੂੰ ਰੀਅਸੈਸ ਕੀਤਾ ਆਪਣੇ ਤਰੀਕੇ ਨਾਲ। ਜਦੋਂ ਲੱਗਾ ਤੇ ਫਿਰ ਮੈਂ ਆਪਣੇ ਇੱਥੇ ਰੇਡੀਓਲੋਜੀਕਲ ਡਿਪਾਰਟਮੈਂਟਸ ਤੋਂ ਵੀ ਸਲਾਹ ਲਈ। ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਸ਼ਾਇਦ ਇਹ ਕੈਂਸਰ ਨਹੀਂ ਹੈ, ਲੇਕਿਨ ਇੱਕ ਹੋਰ ਵਿਚਕਾਰਲਾ ਟਿਊਮਰ ਹੈ ਜਿਹਨੂੰ ਅਸੀਂ AV ਮੈਲਫਾਰਮੇਸ਼ਨ ਜਾਂ ਖੂਨ ਦੀਆਂ ਨਸਾਂ ਦਾ ਟਿਊਮਰ ਕਹਿੰਦੇ ਹਾਂ। A ਸਟੈਂਡਸ ਫॉर ਆਰਟਰੀ, V ਸਟੈਂਡਸ ਫॉर ਵੀਨ। ਦੋ ਨਸਾਂ ਨੇ, ਇੱਕ ਹਾਰਟ ਨੂੰ ਜਾਂਦੀ ਤੇ ਹਾਰਟ ਤੋਂ ਆਉਂਦੀ ਹੈ। ਇਹ ਉਹਨਾਂ ਦੇ ਜੰਕਸ਼ਨ ਤੇ ਬਹੁਤ ਵੱਡਾ ਟਿਊਮਰ ਸੀਗਾ। ਸੋ ਇਹਦਾ ਸਰਜੀਕਲ ਚੈਲੰਜ ਇੱਕ ਡਿਫਰੈਂਟ ਤਰ੍ਹਾਂ ਦਾ ਹੈ ਔਰ ਰੂਟੀਨ 'ਚ ਪਲਾਸਟਿਕ ਸਰਜਨਸ ਦੇ ਕੋਲ ਆਪਣੇ ਕੈਰੀਅਰ 'ਚ ਹਾਰਡਲੀ 2-2 4-4 ਕੇਸ ਆਉਂਦੇ ਨੇ। अच्छा, मतलब बड़ा रेयर केस है। इट इज़ वन ऑफ द रेयरेस्ट केसेस। ਉਹਦਾ ਰੀਜ਼ਨ ਇਹ ਹੈ ਕਿਉਂਕਿ ਇਹ ਕੈਂਸਰ ਨਹੀਂ ਹੈ। ਬਾਜ਼ ਦਫਾ ਪੇਰੈਂਟਸ ਜਾਂ ਪੇਸ਼ੈਂਟ ਆਪ ਡਿਸਾਈਡ ਕਰਦਾ ਕਿ ਮੈਂ ਆਪਰੇਸ਼ਨ ਹੀ ਨਹੀਂ ਕਰਾਉਣਾ ਔਰ ਕਈ ਦਫਾ ਉਹਦਾ ਸਰਜੀਕਲ ਏਰੀਆ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀਂ ਅਗਰ ਉਹਨੂੰ ਛੇੜੋ तो ब्लीडिंग इन्नी होंदी है कि
ਔਨ ਟੇਬਲ ਕਈ ਦਫਾ ਲਾਈਫ ਥ੍ਰੈਟਨਿੰਗ ਇਸ਼ੂਜ਼ ਆ ਜਾਂਦੇ ਨੇ, ਮਲਟੀਪਲ ਟਰਾਂਸਫਿਊਜ਼ਨ ਹੁੰਦੇ ਨੇ, ਆਈਸੀਯੂ ਕੇਅਰ ਹੁੰਦੀ ਹੈ। ਇਸ ਕਰਕੇ ਜ਼ਿਆਦਾ ਸੈਂਟਰਸ ਤੇ ਡਾਕਟਰਸ ਇਸ ਚੀਜ਼ ਨੂੰ ਕਹਿ ਲਓ ਅਵੋਇਡ ਕਰਦੇ ਨੇ। ਸੋ ਡਾਕਟਰ ਸਾਹਿਬ ਜੇ ਇਹਦਾ ਆਪਰੇਸ਼ਨ ਨਾ ਕੀਤਾ ਜਾਂਦਾ ਤੇ ਫਿਊਚਰ 'ਚ ਹੋਰ ਵੀ ਘਾਤਕ ਹੋ ਸਕਦਾ ਸੀਗਾ? ਹਾਂ ਸਰ, ਇਹਦੇ 'ਚ ਕੀ ਹੈ, ਜਿਸ ਤਰ੍ਹਾਂ ਬੱਚੇ ਦੀ ਏਜ ਵਧੇਗੀ ਉਹ ਖੂਨ ਦੀਆਂ ਨਸਾਂ ਦਾ ਸਾਈਜ਼ ਵੱਧ ਜਾਏਗਾ। ਬਿਲਕੁਲ। ਸੋ ਬਲੱਡ ਸਪਲਾਈ ਬਾਈਪਾਸ ਹੋ ਜਾਏਗੀ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਗੋਡੇ ਦੇ ਨਜ਼ਦੀਕ ਸੀਗੀ, ਸੋ ਖੂਨ ਜਾਂਦਾ ਸੀ ਤੇ ਉੱਥੋਂ ਹੀ ਘੁੰਮ ਕੇ ਵਾਪਸ ਆ ਜਾਂਦਾ ਸੀ। ਜਿਹੜੀ ਰੈਸਟ ਆਫ ਦੀ ਲੈਗ ਹੈ, ਜਿਹੜਾ ਅੱਡੀ ਹੈ ਜਾਂ ਨੀਚੇ ਵਾਲਾ ਪਾਰਟ ਹੈ, ਉੱਥੇ ਬਲੱਡ ਸਪਲਾਈ ਆਲਮੋਸਟ 25-30% ਘੱਟ ਹੋਏਗੀ। ਸੋ ਜੇ ਸਪੋਰਟਸ ਕਰਦੀ ਹੈ ਬੱਚੀ, ਕੋਈ ਖੇਲਣਾ ਚਾਹੇਗੀ ਤੇ ਉਹ ਲੱਤ ਦੁਖਦੀ ਰਹੇਗੀ, ਡਿਸਟਲ ਪਾਰਟ ਜਿਹੜਾ ਨਾ ਦੂਰ ਵਾਲਾ ਅੰਗ ਉਹ ਦੁਖੇਗਾ। ਸੋ ਉਸ ਚੀਜ਼ ਵਾਸਤੇ ਇਹ ਆਪਰੇਸ਼ਨ ਜ਼ਰੂਰੀ ਬਣ ਜਾਂਦਾ ਹੈ। ਸੈਕੰਡਲੀ ਯੰਗ ਗਰਲ ਹੈ, ਉਹਦੇ ਅਜੇ ਕਈ ਅਰਮਾਨ ਹੈ, ਹੋ ਸਕਦਾ ਸ਼ੀ ਇਜ਼ ਅਰਾਊਂਡ 6 ਫੀਟ। ਕਈ ਦਫਾ ਕਿਸੇ ਨੂੰ ਕੋਈ ਸ਼ੋਬਿਜ਼ 'ਚ ਜਾਣਾ ਹੁੰਦਾ ਹੈ, ਕਿਸੇ ਨੂੰ ਕੋਈ ਹੋਰ ਹੌਬੀਜ਼ ਹੁੰਦੀਆਂ ਜਿਹਦੇ 'ਚ ਫਿਰ ਤੁਹਾਨੂੰ ਲੁਕਸ ਵੀ ਚਾਹੀਦੀਆਂ ਨੇ। ਸੋ ਉਸ ਕਰਕੇ ਵੀ ਇਹ ਇੱਕ ਟਿਊਮਰ ਕੱਢਣਾ ਬਣਦਾ ਸੀਗਾ। ਮੋਰ ਓਵਰ ਸਭ ਤੋਂ ਜ਼ਿਆਦਾ ਚੱਲਣ ਫਿਰਨ 'ਚ ਜਿਵੇਂ ਤੁਸੀਂ ਜਾ ਰਹੇ ਕੰਫਰਟ ਨਹੀਂ ਸੀਗੀ ਲੜਕੀ। ਦੇਖੋ ਸਪੋਰਟਸ ਬਾਡੀ ਹੈ, ਉਹਨੇ ਕਿਤੇ ਗੇਮ ਖੇਲਣੀ ਹੋਏ ਬੱਚੇ ਨੇ ਤੇ ਭੱਜਣਾ ਹੀ ਹੈ ਜਿਹੜਾ ਇੰਪੋਰਟੈਂਟ ਹੈ, ਉਹਦੇ ਵਾਸਤੇ ਉਹ ਰਿਸਟ੍ਰਿਕਸ਼ਨ ਸੀਗੀ। ਅਦਰਵਾਈਜ਼ ਇਹ ਮੂਵ ਕਰ ਰਹੀ ਸੀ, ਚੱਲ ਰਹੀ ਸੀ, ਬਟ ਆਪਣੇ ਲਾਈਫ ਸਟਾਈਲ 'ਚ ਲੌਕਡ ਸੀਗੀ। ਇਹਨੂੰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਹੜੀ ਬਾਕੀ ਬੱਚੇ ਇੰਜੋਏ ਕਰਦੇ ਸੀ, ਜਿਹੜਾ ਇਹ ਕਰ ਨਹੀਂ ਸਕਦੀ ਸੀ। ਔਰ ਕਿਉਂਕਿ ਇਹਨੂੰ ਕਈ ਹਸਪੀਟਲਸ ਨੇ ਕੈਂਸਰ ਦਾ ਸ਼ੱਕ ਪਾਇਆ ਸੀ, ਸੋ ਇਟ ਵਾਜ਼ ਮੋਰ ਇੰਪੋਰਟੈਂਟ ਕਿ ਇਹਨੂੰ ਖੋਲ੍ਹ ਕੇ ਆਪਰੇਟ ਕੀਤਾ ਜਾਏ। ਅਗਰ ਇਹ ਕੈਂਸਰ ਹੁੰਦਾ ਤੇ ਇਟ ਹੈਡ ਬੀਨ ਕਿ ਪੋਸੀਬਿਲਿਟੀ ਹੈ ਕਿ ਕਿਸੇ ਦੀ ਜਾਨ ਵੀ ਚਲੀ ਜਾਏ। ਸੋ ਅਸੀਂ ਇਹਨੂੰ ਕੈਂਸਰ ਸਮਝ ਕੇ ਆਪਰੇਸ਼ਨ ਟੇਬਲ ਤੇ ਲਿਆ ਸੀਗਾ ਐਂਡ ਸਾਰੀ ਪ੍ਰੈਪਰੇਸ਼ਨ ਉਸੇ ਤਰ੍ਹਾਂ ਕੀਤੀ ਸੀ। ਜਦੋਂ ਇਹਨਾਂ ਦੀ ਫਸਟ ਵਿਜ਼ਿਟ ਹੋਈ ਇਹ ਆਪਣੇ ਮਦਰ ਨਾਲ ਹੀ ਆਈ ਸੀਗੀ ਤੇ ਇਹਦੇ ਜਿਹੜੇ ਫਾਦਰ ਸਾਹਿਬ ਨੇ ਉਹ ਪੰਜਾਬ ਤੋਂ ਬਾਹਰ ਜੌਬ ਕਰਦੇ ਨੇ, ਐਲਡਰ ਬ੍ਰਦਰ ਹੈ ਉਹ ਵੀ ਪੰਜਾਬ ਤੋਂ ਬਾਹਰ ਜੌਬ ਕਰਦਾ। ਸੋ ਮੇਰੇ ਵਾਸਤੇ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਵੀ ਸੀਗੀ ਕਿ ਇਸ ਤਰ੍ਹਾਂ ਦੀ ਫੈਮਿਲੀ ਨੂੰ ਹਾਊ ਟੂ ਹੈਂਡਲ। ਕਈ ਦਫਾ ਮਦਰ ਡਿਸੀਜਨ ਨਹੀਂ ਲੈ ਪਾਉਂਦੀ। ਸੋ ਔਨ ਡੇ ਆਫ ਸਰਜਰੀ ਇਹਦੇ ਪੇਰੈਂਟਸ ਦੇ ਵਿੱਚ ਇਹਦੇ ਮਦਰ ਸੀਗੇ, ਇਹਦੇ ਇੱਕ ਅੰਕਲ ਮਾਮਾ ਜੀ ਆਏ ਸੀਗੇ। ਸੋ ਸਾਰਾ ਕੁਝ ਅਸੀਂ ਐਕਸਪਲੇਨ ਕਰਕੇ, ਮੈਂ ਤੇ ਮੇਰੇ ਜਿਹੜੇ ਐਨਸਥੀਸੀਆ ਕੋਲੀਗ ਡਾਕਟਰ ਗੁਰਪ੍ਰੀਤ, ਅਸੀਂ ਇਹਨਾਂ ਦੀ ਕਾਉਂਸਲਿੰਗ ਕਰਕੇ ਫਿਰ ਅਸੀਂ ਇਹਨਾਂ ਨੂੰ ਥੀਏਟਰ 'ਚ ਆਪਰੇਸ਼ਨ ਵਾਸਤੇ ਲਿਆ। ਠੀਕ ਹੈ ਸਰ। ਦ ਮੋਸਟ ਇੰਪੋਰਟੈਂਟ ਚੈਲੰਜ ਵਾਜ਼ ਕਿ ਇਸ ਕੇਸ ਦੇ ਵਿੱਚ ਖੂਨ ਦੀਆਂ ਨਸਾਂ ਬਹੁਤ ਹੈ। ਠੀਕ ਹੈ। ਤੇ ਤੁਸੀਂ ਟਿਊਮਰ ਦੇ ਨਜ਼ਦੀਕ ਰਹਿਣਾ, ਬਲੀਡਿੰਗ ਘੱਟ ਤੋਂ ਘੱਟ ਹੋਏ, ਬਲੱਡ ਟਰਾਂਸਫਿਊਜ਼ਨ ਦੀ ਨੌਬਤ ਨਾ ਆਏ, ਅਗਰ ਆਏ ਤੇ ਘੱਟ ਤੋਂ ਘੱਟ ਲਗਾਇਆ ਜਾਏ। ਇਹੀ ਇਹਦੇ 'ਚ ਚੈਲੰਜ ਸੀਗਾ। ਤੇ ਐਨਸਥੈਟਿਸਟ ਵਾਸਤੇ ਇਹ ਚੈਲੰਜ ਸੀਗਾ ਕਿ ਯੰਗ ਬੱਚਾ ਹੈ, ਸੋ ਇਹਨੂੰ ਥੀਏਟਰ 'ਚ ਮਨਾ ਕੇ ਲਿਜਾਣਾ, ਇਹਨੂੰ ਆਪਰੇਟ ਕਰਨਾ ਉਹ ਕੋਈ ਸੌਖਾ ਕੰਮ ਨਹੀਂ ਸੀਗਾ। ਚਲੋ ਸਾਡਾ ਜਿਹੜਾ ਪੇਸ਼ੈਂਟ ਕਹਿ ਲਓ ਜਾਂ ਬੱਚੀ ਕਹਿ ਲਓ, ਸ਼ੀ ਇਜ਼ ਵੈਰੀ ਇੰਟੈਲੀਜੈਂਟ। ਇਹਨੇ ਹੀ ਸਾਨੂੰ ਪੁਸ਼ ਕੀਤਾ ਕਿ ਅੰਕਲ ਕੋਈ ਗੱਲ ਨਹੀਂ, ਅਸੀਂ ਵੀ ਆਰ ਰੈਡੀ ਤੇ ਗੋ ਅਹੈਡ। ਇਹਨਾਂ ਨੇ ਬਹੁਤ ਵਧੀਆ ਇੰਸਪਾਇਰਿੰਗ ਸੀਗੀ ਬੱਚੀ। ਅਸੀਂ ਜਦੋਂ ਆਪਰੇਟ ਕੀਤਾ ਇਟ ਟੁਕ ਅਰਾਊਂਡ 4 to 6 ਆਵਰਸ, 4 ਤੋਂ 6 ਘੰਟੇ ਸਰਜਰੀ ਸੀ ਜੀ ਸਰ। ਇਸ ਤਰ੍ਹਾਂ ਦੀ ਸਰਜਰੀ 'ਚ ਸਭ ਤੋਂ ਮੇਜਰ ਇਸ਼ੂ ਹੁੰਦਾ ਹੈ ਕਿ ਸਰਾਊਂਡਿੰਗ ਟਿਸ਼ੂ, ਆਲੇ ਦੁਆਲੇ ਵਾਲਾ ਜਿਹੜਾ ਨਸਾਂ ਜਿਹੜੀਆਂ, ਅਗਰ ਅਸੀਂ MRI ਦੀ ਗੱਲ ਕਰੀਏ ਜਿਹਦੇ 'ਚ ਕਲੀਅਰ ਕੱਟ ਉਹਨਾਂ ਨੇ ਲਿਖਿਆ ਹੈ, ਇੱਕ ਸੈਟਿਕ ਨਰਵ ਹੁੰਦੀ ਪਾਈਪ ਦੀ ਤਰ੍ਹਾਂ ਬੜੀ ਮੋਟੀ ਜਿਹੜੀ ਅੱਡੀ ਤੱਕ ਜਾਂਦੀ ਹੈ। ਉਹ ਨਰਵ ਜਿਹੜੀ ਹੈ ਥਰੂ ਦਾ ਟਿਊਮਰ ਹੈ, ਉਹ ਟਿਊਮਰ ਦੇ ਵਿੱਚੋਂ ਜਾ ਰਹੀ ਹੈ, ਉਹਦੇ ਅਰਾਊਂਡ ਖੂਨ ਦੀਆਂ ਨਸਾਂ ਦਾ ਗੁੱਛਾ ਹੈ। ਇੱਕ ਆਰਟਰੀ ਹੈ ਜਿਹਨੇ ਲੱਤ ਨੂੰ ਸਪਲਾਈ ਕਰਨਾ, ਖੂਨ ਦੀ ਨਸ ਜਿਹਨੂੰ ਅਸੀਂ ਫੈਮਰਲ ਆਰਟਰੀ ਕਹਿੰਦੇ ਹਾਂ, ਤੇ ਸਾਰਾ ਟਿਊਮਰ ਉਹਦੇ ਤੋਂ ਅਰਾਈਜ਼ ਹੋ ਰਿਹਾ, ਉਹ ਖੂਨ ਦੀਆਂ ਨਸਾਂ ਉਹਦੇ ਥਰੂ ਜਾ ਰਹੀਆਂ ਸੀ। ਸੋ ਦੋਵੇਂ ਪਾਸੇ ਫਸੇ ਹੈ, ਤੁਸੀਂ ਨਰਵ ਵੀ ਬਚਾਉਣੀ ਹੈ, ਤੁਸੀਂ ਟਿਊਮਰ ਵੀ ਕੱਢਣਾ ਹੈ ਤੇ ਖੂਨ ਦੀ ਸਪਲਾਈ ਵੀ ਰੈਗੂਲਰ ਰੱਖਣੀ ਹੈ। ਔਰ ਉੱਥੇ ਪ੍ਰੈਸ਼ਰ ਖੂਨ ਦਾ ਇੰਨਾ ਕੁ ਹੁੰਦਾ, ਅਗਰ ਗਲਤੀ ਨਾਲ ਕਦੀ ਅਸੀਂ ਕੁਝ ਮਿਸਟੇਕ ਕਰਕੇ ਉਹਨੂੰ ਕੱਟ ਦਈਏ ਜਾਂ ਕੌਟਰਾਈ ਦੇ ਨਾਲ ਕੁਝ ਖੁੱਲ੍ਹ ਜਾਏ ਤੇ ਫਿਰ ਐਟਲੀਸਟ 1-2 ਯੂਨਿਟ ਟੇਬਲ ਤੇ ਲਗਾਉਣੇ ਪੈਂਦੇ ਨੇ ਬਲੱਡ ਤੇ। ਇਟ ਇਜ਼ ਮੇਜਰ ਆਰਟਰੀ, ਖੂਨ ਦੀ ਮੇਜਰ ਸਪਲਾਈ ਹੈ। ਸੋ ਸਾਡੀ ਕਹਿ ਲਓ ਕਿਸਮਤ ਅੱਛੀ ਸੀਗੀ। ਅਸੀਂ ਵੀ ਵੈਂਟ ਵੈਰੀ ਸਲੋ, ਇੱਕ ਨਸ ਅਰਾਊਂਡ 40 ਲਾਈਗੇਸ਼ਨਸ ਸਾਨੂੰ ਕਰਨੀਆਂ ਪਈਆਂ, 40 ਜਗ੍ਹਾ ਸਾਨੂੰ ਉਹਨੂੰ ਛੋਟੇ ਲਾਈਗੇਚਸ ਕਰਨੇ ਪਏ, ਕੌਟਰੀ ਕਰਨੀ ਪਈ। ਕਦੋਂ ਕੀਤੀ ਸੀ ਡਾਕਟਰ ਸਾਹਿਬ ਤੁਸੀਂ ਸਰਜਰੀ? ਸਰ ਅੱਜ ਤੋਂ 9 ਦਿਨ ਪਹਿਲੇ, ਸ਼ਨੀਵਾਰ 24 ਜੁਲਾਈ ਦਾ ਦਿਨ ਸੀ ਉਹ। ਐਂਡ ਅਸੀਂ ਉਸ ਦਿਨ ਇਹਨੂੰ ਆਪਰੇਟ ਕੀਤਾ ਐਂਡ ਉਸ ਦਿਨ ਫਿਰ ਸ਼ਾਮ ਨੂੰ, ਕਿਉਂਕਿ ਬਹੁਤ ਵੱਡਾ ਚੈਲੰਜ ਆ ਆਪਰੇਸ਼ਨ 'ਚ, ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਨਸਾਂ ਜਿਹੜੀਆਂ ਨੇ ਗਰਮ ਠੰਡਾ ਦੱਸਣ ਵਾਲੀਆਂ ਤੇ ਮਸਲ ਮੂਵਮੈਂਟਸ ਵਾਲੀਆਂ, ਉਹ ਅਨੈਸਥੀਸੀਆ ਕਰਕੇ ਸੁੱਤੀਆਂ ਨੇ। ਸੋ ਉਹਦੇ 'ਚੋਂ ਬਾਹਰ ਆਏਗਾ ਬੱਚਾ, ਉਹ ਲੱਤ ਇਕੱਠੀ ਕਰੇਗਾ, ਚਲਾਏਗਾ, ਯੂਰਿਨ ਦੀ ਸੈਂਸੇਸ਼ਨ ਆਏਗੀ, ਸਾਰਾ ਕੁਝ। ਉਹ ਸਾਰੀਆਂ ਚੀਜ਼ਾਂ ਅਸੀਂ ਚਾਹੁੰਦੇ ਸੀਗੇ ਪਹਿਲੇ ਇੱਕ ਵਾਰੀ ਦੇਖ ਲਈਏ। ਉਹਦੇ ਬਾਅਦ ਸ਼ੀ ਸ਼ੁੱਡ ਬੀ ਔਨ ਹਰ ਫੁੱਟ, ਆਪਣੇ ਪੈਰਾਂ ਤੇ ਚੱਲੇ, ਵਾਸ਼ਰੂਮ ਜਾਏ, ਜਿਸ ਤਰ੍ਹਾਂ ਦਾ ਲਾਈਫ ਸਟਾਈਲ ਆਪਰੇਸ਼ਨ ਤੋਂ ਪਹਿਲੇ ਇੰਜੋਏ ਕਰ ਰਹੀ ਸੀ, ਐਟਲੀਸਟ ਉਹ ਤੇ ਉਹਦੇ ਤੋਂ ਬੈਟਰ
ਹੋ ਜਾਏ ਅਸੀਂ ਤਾਈਓ ਇਹਨੂੰ ਕਿਸੇ ਦੇ ਸਾਹਮਣੇ ਪ੍ਰੈਜ਼ੈਂਟ ਕਰਨਾ ਚਾਹੁੰਦੇ ਸੀ, ਕਿਉਂਕਿ ਜਿਹੜੇ ਮੇਰੇ ਡਾਕਟਰ ਕੋਲੀਗਸ ਹੈ ਉਹਨਾਂ ਨੂੰ ਤੇ ਇਹ ਆਈਡੀਆ ਹੈ ਕਿ ਇਹਦੇ 'ਚ ਕੀ ਸਰਜੀਕਲ ਚੈਲੰਜ ਹੈ। ਸਰਜੀਕਲ ਚੈਲੰਜ ਇਹ ਹੈ ਕਿ ਟਿਊਮਰ ਕੱਢਣਾ ਹੈ, ਜਿਹੜਾ ਗੰਢ ਸੀ ਉਹ ਕੱਢਣੀ ਹੈ, ਲੇਕਿਨ ਖੂਨ ਦੀ ਨਸ ਤੇ ਗਰਮ ਠੰਡਾ ਦੱਸਣ ਵਾਲੀਆਂ ਜਿਹੜੀਆਂ ਨਰਵਸ ਹੈ ਉਹਨਾਂ ਨੂੰ ਬਿਲਕੁਲ ਅਨਾਟਮਿਕਲ ਵੇ 'ਚ ਬੜੇ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਕਰਨਾ ਹੈ। ਸੋ ਲੱਕੀਲੀ ਅਸੀਂ ਕਾਮਯਾਬ ਹੈ ਜੀ ਉਸ ਕੇਸ ਦੇ ਵਿੱਚ, ਤਾਈਓ ਮੈਂ ਅੱਜ ਇਹ ਕੇਸ। ਕਿੰਨਾ ਕੁ ਵੱਡਾ ਗੰਢ ਸੀਗਾ ਜਿਵੇਂ ਸਰ ਇਹਦਾ ਜਿਹੜਾ weight ਹੈ 1 ਕਿਲੋ 800 ਗ੍ਰਾਮ 1 ਕਿਲੋ 800 ਗ੍ਰਾਮ ਪੂਰਾ ਪਾਇਆ ਗਿਆ। ਵੀ ਵੇਡ ਇਟ ਤੇ ਸਾਡੇ ਕੋਲ ਉਹਦੇ ਸਾਰੇ ਟੇਬਲ ਰਿਕਾਰਡ ਹੈ ਤੇ ਉਹ ਜਿਹੜਾ ਅਸੀਂ ਸੈਂਪਲ ਕੱਢਿਆ ਜੀ ਉਹਦੀ ਅਸੀਂ ਪੈਥੋਲੋਜੀਕਲ ਐਗਜ਼ਾਮੀਨੇਸ਼ਨ ਪੀਜੀਆਈ ਚੰਡੀਗੜ੍ਹ ਵਾਸਤੇ ਭੇਜੀ ਹੋਈ ਹੈ, ਕਿਉਂਕਿ ਇੱਥੇ ਕੁਝ ਹਸਪੀਟਲਸ 'ਚ ਆਲਰੇਡੀ ਉਹ ਟੈਸਟਡ ਸੀਗਾ ਤੇ ਕਿਤੇ ਡਾਊਟਫੁਲ ਕੈਂਸਰ ਆਇਆ ਸੀਗਾ, ਇਸ ਕਰਕੇ ਸਾਨੂੰ ਲੱਗਾ ਕਿ ਬਾਇਸਡ ਰਿਪੋਰਟ ਨਾ ਹੋਏ। ਸੋ ਅਸੀਂ ਪੀਜੀਆਈ ਚੰਡੀਗੜ੍ਹ ਭੇਜਿਆ, ਉਹਨਾਂ ਨੇ ਕੁਝ ਜੋ ਮਾਰਫੋਲੋਜੀਕਲ ਜੋ ਉੱਪਰੋਂ ਦੇਖ ਕੇ ਜਿਹੜੇ ਸੈਕਸ਼ਨਸ ਬਣਾਏ ਨੇ ਮੇਰੇ ਡਾਕਟਰ ਫਰੈਂਡਸ ਨੇ, ਉਹਨਾਂ ਨੇ ਮੈਨੂੰ ਟੈਲੀਫੋਨਿਕਲੀ ਦੱਸਿਆ ਕਿ ਇਟ ਇਜ਼ ਨਾਟ ਕੈਂਸਰ। ਤੇ ਤਾਈਓ ਅਸੀਂ ਇੱਥੇ ਬੈਠੇ। ਸੋ ਉਹਦੇ 'ਚ ਕੀ ਆਏਗਾ, ਉਹਦੀ ਜੋ ਡਿਟੇਲਸ ਆਉਣਗੀਆਂ ਉਹ ਤਕਰੀਬਨ ਅੱਜ ਤੋਂ ਹਫ਼ਤੇ 10 ਦਿਨ ਬਾਅਦ ਮਿਲਣਗੀਆਂ। ਸੋ ਫਾਈਨਲੀ ਤੁਸੀਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ, ਤੁਸੀਂ ਇੰਨੀ ਅੱਛੀ ਸਰਜਰੀ, ਇੱਕ ਬਹੁਤ ਹੀ ਟਫ ਜਿੱਦਾਂ ਤੁਸੀਂ ਕਿਹਾ ਰੇਅਰੈਸਟ ਕੇਸ, ਨਾਟ ਰੇਅਰੈਸਟ ਕੇਸ ਸੀਗਾ, ਔਰ ਤੁਸੀਂ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਵੀ ਕੀਤਾ। ਬੱਚੀ ਨੂੰ ਵੀ ਇੱਕ ਨਵਾਂ ਇੱਕ ਤਰ੍ਹਾਂ ਕਹਿ ਲਓ ਲਾਈਫ ਮਿਲੀ ਹੈ, ਕਿਉਂਕਿ ਉਹ ਕਾਫੀ ਰਾਹਤ ਹੈ। ਤੇ ਪੁੱਛਣਾ ਚਾਹਾਂਗੇ ਜਿਹੜੇ ਕੁਲੀਗ ਡਾਕਟਰ ਸਾਹਿਬ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਮੇਰਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਖੁਰਾਨਾ। ਸਰ ਕੀ ਕਹਿਣਾ ਚਾਹੋਗੇ ਇਸ ਸਰਜਰੀ ਬਾਰੇ? ਸਰ ਮੈਂ ਬੇਸਿਕਲੀ ਐਨਐਸਥੈਟਿਸਟ ਹਾਂ ਇੱਥੇ ਦੀਪਕ ਹਸਪੀਟਲ ਦੇ ਵਿੱਚ। ਤੇ ਐਕਚੁਅਲੀ ਸਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਸਰਜਰੀ ਵਾਸ ਵੈਰੀ ਚੈਲੰਜਿੰਗ। ਕਿ ਮੈਨੂੰ ਸ਼ੁਰੂ ਤੋਂ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਇਹ ਸਰਜਰੀ ਕਾਫੀ ਲੰਬੀ ਹੋ ਸਕਦੀ ਹੈ, ਤਾਂ ਇਹਦੇ 'ਚ ਮੇਨ ਚੈਲੰਜ ਜੋ ਸਾਡਾ ਇਹੀ ਸੀਗਾ ਵੀ ਸਰਜਰੀ ਨੂੰ ਮਤਲਬ ਸੇਫਲੀ ਕਿਸ ਤਰ੍ਹਾਂ ਇੰਨੀ ਦੂਰ ਤੱਕ, ਇੰਨੀ ਲੰਬੇ ਤੱਕ ਕਿਵੇਂ ਖਿੱਚਿਆ ਜਾ ਸਕਦਾ ਹੈ। ਤਾਂ ਇਸ ਤਰ੍ਹਾਂ ਦਾ ਸਾਨੂੰ ਐਨਐਸਥੀਸੀਆ ਪਲਾਨ ਕਰਨਾ ਪੈਣਾ ਸੀ। ਤੋ ਸਭ ਤੋਂ ਵੱਡਾ ਚੈਲੰਜ ਤਾਂ ਸੀਗਾ ਵੀ ਬੇਟੀ ਨੂੰ ਕਿਵੇਂ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਕਾਉਂਸਲ ਕਰਕੇ ਲੈ ਕੇ ਆਉਣਾ। ਬਟ ਲੱਕੀਲੀ ਸਾਡੇ ਜੋ ਪੇਸ਼ੈਂਟ ਸੀ ਯੰਗ ਗਰਲ, ਸ਼ੀ ਵਾਸ ਵੈਰੀ ਕੋਆਪਰੇਟਿਵ, ਮਤਲਬ ਉਹਨੇ ਕੁਛ ਨਹੀਂ ਇਸ ਤਰ੍ਹਾਂ ਦਾ ਕੀਤਾ ਸਾਡੇ ਨਾਲ। ਤੇ ਜਿਵੇਂ ਵੀ ਅਸੀਂ ਉਹਨੂੰ ਥੀਏਟਰ 'ਚ ਦੱਸਿਆ ਵੀ ਅਸੀਂ ਇਸ ਤਰ੍ਹਾਂ ਕਰਕੇ ਤੁਹਾਨੂੰ ਸੁਣ ਕਰਨਾ ਹੈ। ਐਕਚੁਅਲੀ ਦੋ ਤਰੀਕੇ ਹੁੰਦੇ ਨੇ, ਜਾਂ ਤਾਂ ਪੂਰਾ ਬੇਹੋਸ਼ ਕਰੀਏ ਜਿਹਨੂੰ ਆਪਾਂ ਜਨਰਲ ਐਨੈਸਥੀਸੀਆ ਕਹਿੰਦੇ ਆ, ਜਾਂ ਬੈਕ ਦੇ ਵਿੱਚ ਇੰਜੈਕਸ਼ਨ ਲਗਾ ਕੇ ਨੀਚੇ ਵਾਲਾ ਹਿੱਸਾ ਜੋ ਹੈ, ਨੀਚੇ ਵਾਲਾ ਪਾਰਟ ਹੈ ਬੋਡੀ ਦਾ, ਉਹਨੂੰ ਸੁਣ ਕੀਤਾ ਜਾਂਦਾ ਹੈ। ਤਾਂ ਸੇਫ ਉਹੀ ਸੀਗਾ ਇਹਦੇ ਵਾਸਤੇ। ਬਟ ਕਿਉਂਕਿ ਸਰਜਰੀ ਪ੍ਰੋਲੋਂਗ ਸੀ, ਉਹਦੀ ਇੱਕ ਲਿਮਿਟ ਹੁੰਦੀ ਹੈ ਜਿਹੜਾ ਆਪਾਂ ਬੈਕ 'ਚ ਇੰਜੈਕਸ਼ਨ ਲਗਾਉਂਦੇ ਆ। ਉਹਦੇ 'ਚ ਕੀ ਹੈ ਵੀ ਵੱਧ ਤੋਂ ਵੱਧ 2.5 ਘੰਟੇ 3 ਘੰਟੇ ਤੱਕ ਅਸੀਂ ਸਰਜਰੀ ਨੂੰ ਖਿੱਚ ਸਕਦੇ ਹਾਂ। ਅੱਛਾ ਜੀ। ਪਰ ਇੱਕ ਹੋਰ ਟੈਕਨੀਕ ਹੁੰਦੀ ਹੈ ਉਹਦੇ ਨਾਲ ਹੀ, ਜਿਹਨੂੰ ਅਸੀਂ ਕਹਿੰਦੇ ਆ ਐਪੀਡਿਊਰਲ ਐਨੈਸਥੀਸੀਆ, ਜਿਹਦੇ ਨਾਲ ਕੀ ਹੈ ਕਿ ਆਪਾਂ ਉਹ ਵੀ ਨਾਲ ਇੰਜੈਕਸ਼ਨ ਲਗਾ ਕੇ ਤੇ ਸਰਜਰੀ ਨੂੰ ਆਪਾਂ 5 ਘੰਟੇ 6 ਘੰਟੇ ਤੱਕ ਵੀ ਖਿੱਚ ਸਕਦੇ ਹਾਂ। ਉਹ ਵੀ ਲੱਗਦਾ ਉਹ ਵੀ ਬੈਕ ਦੇ ਵਿੱਚ ਹੀ ਹੈ ਇੰਜੈਕਸ਼ਨ। ਸੋ ਅਸੀਂ ਅਕੋਰਡਿੰਗਲੀ ਉਹੀ ਪਲਾਨ ਕੀਤਾ, ਕਿਉਂਕਿ ਜੋ ਸਾਨੂੰ ਲੱਗ ਰਿਹਾ ਸੀ ਵੀ ਇਹ ਸਰਜਰੀ ਥੋੜਾ ਪ੍ਰੋਲੋਂਗ ਹੋ ਸਕਦੀ ਹੈ। ਸੋ ਨੈਕਸਟ ਜੋ ਚੈਲੰਜ ਸੀ ਸਾਡੇ ਵਾਸਤੇ ਬਲੀਡਿੰਗ ਦਾ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਵੈਸਕੂਲਰ ਟਿਊਮਰ, ਮਤਲਬ ਨਸਾਂ ਬਹੁਤ ਜਾ ਰਹੀਆਂ ਸੀ ਬਲੀਡਿੰਗ ਖੂਨ ਦੀਆਂ। ਤਾਂ ਅਸੀਂ ਬਲੱਡ ਵਗੈਰਾ ਅਰੇਂਜ ਕਰਾ ਲਿਆ ਸੀ ਇਹਦਾ, ਪਰ ਟੈਕਨੀਕ ਇੰਨੀ ਸਹੀ ਸੀ ਡਾਕਟਰ ਸਾਹਿਬ ਦੀ, ਬੜਾ ਸਲੋ ਇਹਨਾਂ ਨੇ ਕੀਤਾ ਜੋ ਵੀ ਹੈ, ਤੇ ਉਹਦੇ ਨਾਲ ਬਲੀਡਿੰਗ ਦਾ ਇੰਨਾ ਬਲੱਡ ਲਾਸ ਹੋਇਆ ਨਹੀਂ, ਤੇ ਸਾਨੂੰ ਲੱਕੀਲੀ ਬਲੱਡ ਟ੍ਰਾਂਸਫਿਊਜ਼ਨ ਦੀ ਲੋੜ ਨਹੀਂ ਪਈ। ਸੋ ਸਾਰਾ ਕੁਝ ਸਰਜਰੀ ਵੈਂਟ ਵੈਰੀ ਅਨਇਵੈਂਟਫੁਲ, ਬਹੁਤ ਵਧੀਆ ਤਰੀਕੇ ਨਾਲ ਸਰਜਰੀ ਗਈ, ਔਰ ਤਕਰੀਬਨ 5-5.5 ਘੰਟੇ ਦੇ ਵਿੱਚ ਸਰਜਰੀ ਅਸੀਂ ਫਿਨਿਸ਼ ਕੀਤੀ। ਤੇ ਬੱਚੀ ਸਾਡੀ ਬਿਲਕੁਲ ਠੀਕ ਹੈ, ਫਸਟ ਕਲਾਸ, ਕੋਈ ਇਹਨੂੰ ਪ੍ਰੋਬਲਮ ਨਹੀਂ ਆਈ, ਕੋਈ ਪੇਨ ਨਹੀਂ ਹੋਈ। ਜੋ ਮੇਨ ਸਾਡਾ ਰਿਸਪੌਂਸਿਬਿਲਿਟੀ ਸੀ ਸਾਡੀ, ਉਹ ਪੂਰੀ ਹੋਈ ਹੈ। ਠੀਕ ਹੈ। ਡਾਕਟਰ ਸਾਹਿਬ ਤੋਂ ਇੱਕ ਵਾਰੀ ਫਿਰ ਪੁੱਛਣਾ ਚਾਹਾਂਗੇ, ਡਾਕਟਰ ਸਾਹਿਬ ਏਡੀ ਲੰਬੀ ਸਰਜਰੀ ਦੇ ਵਿੱਚ ਨਾਰਮਲੀ ਇੱਕ ਸਰਜਨ ਹੋ ਤੁਸੀਂ, ਕਿੱਦਾਂ ਦੇ ਚੈਲੰਜਸ ਹੁੰਦੇ? ਕਿਉਂਕਿ ਇੱਕ ਡਾਕਟਰ ਲਈ ਅਸੀਂ ਤਾਂ ਬਾਹਰ ਬੈਠੇ ਕਈ ਵਾਰੀ ਡਾਕਟਰਾਂ ਨੂੰ ਕੋਰਸ ਵੀ ਦਿੰਦੇ ਆ, ਕਹਿ ਵੀ ਦਿੰਦੇ ਆ। ਅੱਜ ਕੱਲ੍ਹ ਤਾਂ ਬਹੁਤ ਸਾਡੇ ਕੋਲ ਵੀ ਈਜ਼ੀ ਤਰੀਕਾ ਆ ਗਿਆ ਕਿ ਸਿੱਧੇ ਵੀ ਜਾਣ ਦੀ ਲੋੜ ਨਹੀਂ, ਸੋਸ਼ਲ ਮੀਡੀਆ 'ਤੇ ਹੀ ਕਹਿ ਦਿਓ। ਸੋ ਤੁਹਾਡੇ ਵਰਗੇ ਸਰਜਨਸ ਲਈ ਜਿਵੇਂ 6 ਘੰਟੇ ਸਰਜਰੀ, ਉਹ ਕਹਿੰਦੇ ਸਾਡੇ ਲਈ ਬੇਹੋਸ਼ ਕਰਨਾ ਹੀ ਆਪਣੇ ਆਪ 'ਚ ਚੈਲੰਜ ਸੀ। ਸੋ ਤੁਸੀਂ ਤਾਂ 6 ਘੰਟੇ ਉਹਨੂੰ ਆਪਰੇਟ ਕਰਨਾ ਸੀ। ਸੋ ਕਿੱਦਾਂ ਦੀ ਉਸ ਟਾਈਮ ਫੀਲਿੰਗਸ ਹੁੰਦੀਆਂ, ਕੀ ਦਿਮਾਗ 'ਚ ਕਸ਼ਮਕਸ਼ ਚੱਲ ਰਹੀ ਹੁੰਦੀ? ਸਰ ਇੱਕ ਬੜੀ ਸਿੱਧੀ ਜੀ ਲਾਈਨ ਦੱਸਾਂ ਮੈਂ, ਜਦੋਂ ਸਰਜਨ ਟੇਬਲ ਤੇ ਹੁੰਦਾ ਹੈ ਜੀ, ਸਰਜਨ ਦਾ ਪਲਸ ਰੇਟ ਤੇ ਮਰੀਜ਼ ਦਾ ਪਲਸ ਰੇਟ ਸੇਮ ਹੁੰਦਾ ਹੈ। ਠੀਕ ਹੈ ਜੀ। ਇਹ ਸਮਝ ਲਓ ਦੋ ਬਾਡੀਜ਼ ਨਹੀਂ ਹੈ, ਇੱਕ ਬਾਡੀ ਪਲੇ ਕਰ ਰਹੀ ਹੈ। ਬਿਲਕੁਲ ਠੀਕ। ਉਨੀ ਹੀ ਜਾਨ ਸਰਜਨ ਦੀ ਮੁਸ਼ਕਿਲ 'ਚ ਹੈ ਜਿੰਨੀ ਉਹਦੇ ਪੇਸ਼ੈਂਟ ਦੀ। ਐਂਡ ਵੀ ਆਲਵੇਜ਼ ਸੇ ਇਟ ਇਜ਼ ਟੈਕਸਿੰਗ। ਮਤਲਬ ਅਗਰ ਤੁਹਾਡੇ ਆਪਣੇ ਰਿਫਲੈਕਸਿਸ 'ਤੇ ਕੰਟਰੋਲ ਨਹੀਂ ਹੈ, ਆਪਣੀ ਬਾਡੀ 'ਤੇ ਕੰਟਰੋਲ ਨਹੀਂ ਹੈ, ਤੇ ਕਈ ਦਫਾ
ਉੱਥੇ ਕੰਮ ਆਉਂਦੇ ਹੋਏ ਵੀ ਗੇਮ ਪਤਾ ਹੁੰਦੇ ਹੋਏ ਵੀ ਤੁਸੀਂ ਗਲਤੀ ਕਰ ਲੈਂਦੇ ਹੋ। ਸੋ ਇਹ ਜਿਹੜੇ ਲੋਕ ਇਹ ਸਮਝਦੇ ਨੇ ਕਿ ਥੀਏਟਰ 'ਚ ਗਏ ਪੇਸ਼ੈਂਟ ਦੇ ਰਿਲੇਟਿਵਸ ਦੀ ਇੱਕ ਜ਼ਿੰਮੇਵਾਰੀ ਸਮਝਦੇ ਕਿ ਮੈਂ ਪੈਸਾ ਰੱਖ ਲਿਆ, ਮੈਂ ਖੂਨ ਦਾ ਇੰਤਜ਼ਾਮ ਕਰ ਲਿਆ, ਤੇ ਅੰਦਰ ਡਾਕਟਰ ਇੱਕ ਮਕੈਨਿਕ ਦੀ ਤਰ੍ਹਾਂ ਜਾਏਗਾ, 4 ਨਟ ਖੋਲ੍ਹੇਗਾ, 4 ਬੰਦ ਕਰੇਗਾ, ਵਾਪਸ ਆ ਜਾਏਗਾ। ਉਹ ਸ਼ਾਇਦ ਗਲਤ ਹੈ। ਇੱਥੇ ਮੈਡੀਕਲ ਸਾਇੰਸ ਦੀ ਪੂਰੀ ਟ੍ਰੇਨਿੰਗ, ਤੁਹਾਡੀ ਬਰੋਟਅਪ ਕਿ ਤੁਹਾਡੀ ਫਿਜ਼ੀਕਲ ਬਰੋਟਅਪ ਤੁਸੀਂ ਤੰਦਰੁਸਤ ਚਾਹੀਦੇ ਹੋ ਐਂਡ ਮੈਂਟਲੀ ਸਟੇਬਲ ਚਾਹੀਦੇ ਹੋ, ਫਿਰ ਤੁਸੀਂ ਇਸ ਤਰ੍ਹਾਂ ਦੇ ਮੇਜਰ ਸਰਜਰੀਜ਼ ਖੋਲ ਕੇ ਬੰਦ ਕਰ ਸਕਦੇ ਹੋ। ਨਹੀਂ ਤੇ ਕਈ ਦਫਾ ਕੁਝ ਸਰਜੀਕਲ ਮਿਸਹੈਪ ਜਾਂ ਸਰਜੀਕਲ ਮਿਸਐਡਵੈਂਚਰਸ ਅਸੀਂ ਕਹਿੰਦੇ ਹਾਂ, ਉਹ ਪੋਸੀਬਲ ਹੈ। ਸੋ ਇਹਨੂੰ ਮੈਟੀਕੂਲਸ ਪਲੈਨਿੰਗ, ਅਸੀਂ ਪਹਿਲੀ ਦਫਾ ਜਦੋਂ ਬੱਚੇ ਨੂੰ ਮਿਲੇ ਐਗਜ਼ਾਮਿਨ ਕੀਤਾ, ਇਹਦਾ ਸਾਈਕੋਲੋਜੀਕਲ ਲੈਵਲ ਦੇਖਿਆ, ਇਹਦੀ ਮਦਰ ਦਾ ਸਾਈਕੋਲੋਜੀਕਲ ਲੈਵਲ ਦੇਖਿਆ, ਫਿਰ ਇਹਨਾਂ ਨੂੰ ਸਰਜਰੀ ਦੇ ਨੈਗੇਟਿਵਸ ਸਮਝਾਏ। ਆਮ ਤੌਰ ਤੇ ਅਸੀਂ ਕਹਿੰਦੇ ਕਿ ਆਈ ਐਮ ਦਾ ਗੋਡ, ਕਰ ਦਾਂਗੇ, ਨਹੀਂ, ਉਹ ਐਸਾ ਕੁਝ ਨਹੀਂ ਹੋਇਆ। ਮੈਂ ਇਹਨਾਂ ਨੂੰ ਕਿਹਾ ਕਿ ਮੰਮੀ ਨੂੰ ਕਿ ਪਾਪਾ ਨਾਲ ਸਲਾਹ ਕਰ ਲਈਏ, ਅਗਰ ਘਰ 'ਚ ਹਾਂ ਹੈ ਤੇ ਫਿਰ ਦੁਬਾਰਾ ਆਓ। ਅਸੀਂ ਇਹਨਾਂ ਨੂੰ ਇੱਕ ਵਾਰੀ ਘਰ ਭੇਜਿਆ, ਵਾਪਸ ਆਏ, ਇਹਨਾਂ ਦੀ ਡਿਸਕਸ਼ਨਸ ਹੋਈਆਂ, ਫੈਮਿਲੀ 'ਚ ਹੋਈਆਂ। ਇਹਨਾਂ ਕੋਲ ਵੀ ਜ਼ਿਆਦਾ ਚੋਇਸਿਸ ਨਹੀਂ ਸੀ ਕਿਉਂਕਿ ਕਿਤੇ ਨਾ ਕਿਤੇ ਸਸਪੀਸ਼ੀਅਸ ਕੈਂਸਰ ਲਿਖਿਆ ਹੋਇਆ ਸੀ। ਸੋ ਇਹਨਾਂ ਕੋਲ ਇੱਕ ਸਿੱਧੇ ਰਸਤੇ ਹੀ ਚੱਲਣ ਦਾ ਚੈਲੰਜ ਸੀਗਾ। ਮੇਰੇ ਕੋਲ ਵੀ ਜ਼ਿਆਦਾ ਚੋਇਸਿਸ ਨਹੀਂ ਸੀਗੀਆਂ ਕਿਉਂਕਿ ਇੱਕ ਯੰਗ ਪੇਸ਼ੈਂਟ ਹੈ, ਅਗਰ ਤੁਸੀਂ ਉਹਨੂੰ ਸਰਜਰੀ ਆਫਰ ਨਹੀਂ ਕਰਦੇ ਤੇ ਫਿਰ ਕਈ ਵਾਰੀ ਤੁਹਾਨੂੰ ਲੱਗਦਾ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਜਿਹੜੀ ਬਰੋਟਅਪ ਹੈ, ਉਹਦੇ 'ਚ ਕੋਈ ਕਸਰ ਰਹਿ ਗਈ। ਤੋ ਅਸੀਂ ਉਹਨੂੰ ਐਕਸੈਪਟ ਕੀਤਾ। ਜਦੋਂ ਸਰਜਰੀ ਥੀਏਟਰ 'ਚ ਜਾਂਦੇ ਹੋ, ਯੂ ਸ਼ੁੱਡ ਬੀ ਕੂਲ। ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਇਹ ਹੈ ਤੁਹਾਡਾ ਜਿਹੜਾ এনवायरमेंट ਹੈ ਉਹ ਪ੍ਰੈਸ਼ਰ ਨਾ ਦੇਵੇ। ਸੋ ਉਹਦੇ ਵਾਸਤੇ ਅਨੈਸਥੀਸੀਆ ਵਾਲੇ ਜਿਹੜੇ ਹੁੰਦੇ ਨੇ ਉਹ ਪੇਸ਼ੈਂਟ ਨੂੰ ਕੂਲ ਕਰ ਦਿੰਦੇ ਨੇ। ਜਦੋਂ ਪੇਸ਼ੈਂਟ ਕੂਲ ਹੈ, ਪੇਸ਼ੈਂਟ ਸ਼ਾਊਟ ਨਹੀਂ ਕਰ ਰਿਹਾ, ਤੇ ਸਰਜਨ ਵੀ ਆਪਣੇ ਰਿਫਲੈਕਸਿਸ ਕੂਲ ਕਰ ਲੈਂਦਾ ਹੈ। ਐਂਡ ਆਈ ਵਿਲ ਸੇ ਜਿਨ੍ਹਾਂ ਲੋਕਾਂ ਨਾਲ ਮੈਂ ਥੀਏਟਰ 'ਚ ਕੰਮ ਕਰਦਾ, ਮੇਰੀ ਜਿਹੜੀ ਸਰਜੀਕਲ ਟੀਮ ਹੈ ਉਹ ਮੇਰੇ ਨਾਲ 10 ਸਾਲ ਤੋਂ ਹੈ। ਮੇਰਾ ਅੱਖ ਦਾ ਇਸ਼ਾਰਾ ਸਮਝਦੇ ਆ, ਮੈਂ ਉਂਗਲੀ ਕਿਹੜੀ ਹਿਲਾਈ ਉਹਨਾਂ ਨੇ ਉਸੇ ਤਰ੍ਹਾਂ ਇੰਸਟਰੂਮੈਂਟ ਟੇਬਲ ਤੇ ਰੱਖ ਦੇਣਾ। ਸੋ ਮੈਨੂੰ ਉਹ ਚੈਲੰਜ ਨਹੀਂ ਆਇਆ। ਬਟ 6 ਘੰਟੇ ਖੜੇ ਹੋਣਾ ਫਿਜ਼ੀਕਲੀ, 6 ਘੰਟੇ ਆਪਣਾ ਦਿਮਾਗ ਉਹਦੇ ਤੇ ਲਗਾਉਣਾ, ਇਟ ਇਜ਼ ਜਸਟ ਲਾਈਕ ਕਿ ਤੁਸੀਂ ਵਿਦਆਊਟ ਇੰਟਰਪਸ਼ਨ ਕਿਸੇ ਹੈਵੀ ਟ੍ਰੈਫਿਕ ਦੇ ਵਿੱਚ 6 ਘੰਟੇ ਗੱਡੀ ਚਲਾ ਰਹੇ ਹੋ ਵਿਦਆਊਟ ਡੂਇੰਗ ਐਨੀ ਐਕਸੀਡੈਂਟ, ਔਰ ਸਿੱਧੇ ਜਾਣਾ ਹੈ ਆਪਣੀ ਡੈਸਟੀਨੇਸ਼ਨ ਤੇ। ਇਹਦੇ ਵਾਸਤੇ ਸਾਰੇ ਫੈਕਟਰਸ ਚਾਹੀਦੇ ਨੇ ਤੁਹਾਨੂੰ। ਜਿਵੇਂ ਇੱਕ ਤੁਸੀਂ ਦੱਸਿਆ ਕਿ ਇਹ ਰੇਅਰੈਸਟ ਸੀਗੀ, ਸੋ ਕੀ ਇਹਦੀ ਕੋਈ ਆਪਾਂ ਵੀਡੀਓਗ੍ਰਾਫੀ ਵਗੈਰਾ ਵੀ ਕੁਝ ਕਰਦੇ ਹਾਂ ਸਰ? ਹਾਂ, ਤੇ ਤਾਂ ਕਿ ਬਾਕੀਆਂ ਨੂੰ ਐਗਜ਼ਾਮਪਲ ਦਿੱਤੀ ਜਾ ਸਕੇ, ਜਾਂ ਕੁਝ ਅੱਗੇ ਇਹਦੀ ਸਟੱਡੀਜ਼ ਜਿਵੇਂ ਤੁਹਾਡੇ ਲਾਈਨ 'ਚ ਸਟੱਡੀਜ਼ ਹੁੰਦੀ ਹੈ ਜੂਨੀਅਰਸ ਨੂੰ ਦੇਣ ਲਈ, ਸੋ ਇਦਾਂ ਦਾ ਵੀ ਕੁਝ ਹੈਗਾ ਤੇ ਕੁਝ ਦਿਖਾ ਸਕਦੇ ਹੋ? ਹਾਂ ਸਰ, ਇਸ ਤਰ੍ਹਾਂ ਹੈ, ਮੈਂ ਆਪਣੇ ਅੱਜ ਤੱਕ ਜਿੰਨੇ ਵੀ ਆਪਰੇਸ਼ਨ ਕਰਦਾ ਉਹਦੀ ਬਿਫੋਰ ਆਫਟਰ ਤੇ ਅਸੀਂ ਬੀਇੰਗ ਅ ਪਲਾਸਟਿਕ ਸਰਜਨ ਲੈਣਾ ਹੀ ਲੈਂਦੇ, ਰਾਈਟ। ਸੋ ਇਹਦੀ ਬਿਫੋਰ ਇਸ ਕਰਕੇ ਨਹੀਂ ਮੈਂ ਦਿਖਾ ਸਕਦਾ ਬਿਕੋਜ਼ ਉਹ ਉਸ ਪਾਰਟ ਤੇ ਹੈ ਜਿਹੜਾ ਯੰਗ ਪੇਸ਼ੈਂਟ ਦਾ ਐਕਸਪੋਜ਼ ਕਰਕੇ ਮੈਂ ਨਹੀਂ ਦਿਖਾ ਸਕਦਾ। ਬਟ ਔਨ ਟੇਬਲ ਇੱਕ ਯੂ ਕੈਨ ਲਿਸਨ ਆਲਸੋ। ਮੈਂ ਜੀ ਸਰ, ਆ ਟਿਊਮਰ ਹੈ ਸਰ ਜੀ। ਸੋ ਇਹਦੇ 'ਚ ਜੋ ਇੰਸਟਰਕਸ਼ਨਲ ਪੁਆਇੰਟਸ ਹੈ ਮੈਂ ਸਰਜਨਸ ਵਾਸਤੇ ਉਹ ਵੀ ਇੱਕ ਇੰਗਲਿਸ਼ 'ਚ ਬੋਲ ਰਹੇ ਹਾਂ ਕਿ ਸਟੇ ਐਜ਼ ਕਲੋਜ਼ ਐਜ਼ ਪੋਸੀਬਲ ਟੂ ਦ ਟਿਊਮਰ ਸੋ ਦੈਟ ਕਿ ਬਾਕੀ ਪਾਰਟ ਜਿਹੜੇ ਨੇ ਉਹਦੇ ਬੋਡੀ ਦੇ ਉਹਨਾਂ ਨੂੰ ਕੋਈ ਇੰਜਰੀ ਨਾ ਹੋਏ। ਠੀਕ ਹੈ ਸਰ। ਸੋ ਇਹਦੇ 'ਚ ਜੋ ਪਿਕਚਰਸ ਤੁਸੀਂ ਦੇਖ ਰਹੇ ਹੋ, ਯੂ ਕੈਨ ਸੀ ਕਿ ਮਿਨੀਮਮ ਬਲੀਡਿੰਗ ਹੈ, ਡ੍ਰੌਪਸ 'ਚ ਆ ਰਹੀ ਹੈ, ਕੋਈ ਸਪਰਟ ਨਹੀਂ, ਮਤਲਬ ਕੋਈ ਧਾਰ ਨਹੀਂ ਪੈ ਰਹੀ, ਔਰ ਮੈਂ ਤੇ ਮੇਰੀ ਟੀਮ ਉਹਨੂੰ ਵੈਲ ਮੈਨੇਜ ਕਰ ਰਹੇ। ਠੀਕ ਹੈ, ਥੈਂਕ ਯੂ ਸਰ। ਤੇ ਹੁਣ ਅਸੀਂ ਗੱਲਬਾਤ ਕਰਨਾ ਚਾਹਾਂਗੇ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹਾਂਗੇ ਕਿ ਹੁਣ ਅੱਗੇ ਲਈ, ਜਿਵੇਂ ਤੁਸੀਂ ਸਕਸੈਸਫੁਲ ਸਰਜਰੀ ਦਾ ਮਤਲਬ ਕੀ ਹੈ ਕਿ ਹੁਣ ਅੱਗੇ ਲਈ ਇਹਨਾਂ ਨੂੰ ਇਸ 'ਚ ਕੋਈ ਅੱਗੇ ਪ੍ਰੋਬਲਮ ਨਹੀਂ ਆਏਗੀ? ਸਰ ਇਸ ਤਰ੍ਹਾਂ ਹੈਗਾ, ਜੋ ਫਾਈਨਲ ਰਿਪੋਰਟਸ ਹੁੰਦੀਆਂ ਉਹਨੂੰ ਹਿਸਟੋਪੈਥੋਲੋਜੀ ਜਾਂ ਜਿਹੜੀ ਟਿਊਮਰ ਰਿਪੋਰਟਿੰਗ ਹੁੰਦੀ ਹੈ ਉਹ PGI ਚੰਡੀਗੜ੍ਹ ਤੋਂ ਆਉਣੀ ਹੈ। ਜੋ ਮੇਰੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ, ਜੋ ਮੈਨੂੰ ਉੱਥੇ ਡਾਕਟਰਸ ਨੇ ਗ੍ਰੋਸਿੰਗ ਕਹਿੰਦੇ ਉਹਨੂੰ, ਉਹ ਕਰਕੇ ਭੇਜੀ ਹੈ। ਦੇ ਸੇ ਨਥਿੰਗ ਟੂ ਵਰੀ। ਸੋ ਟਿਊਮਰ ਪ੍ਰੋਗਰੈਸਿਵ ਨਹੀਂ ਹੈ, ਮਤਲਬ ਇਹ ਅੱਗੇ ਨਹੀਂ ਵਧੇਗਾ। ਸੋ ਦੂਸਰੀ ਚੀਜ਼ ਸੀਗੀ ਕੋਈ ਸਰਜੀਕਲ ਇੰਸਲਟ ਜਾਂ ਸਰਜਰੀ ਦੇ ਦੌਰਾਨ ਕੋਈ ਐਕਸੀਡੈਂਟ ਨਾ ਹੋਇਆ ਹੋਏ, ਉਹ ਇਹ ਬੇਟੀ ਹੀ ਦੱਸ ਸਕਦੀ ਹੈ। ਸ਼ੀ ਸੇਜ਼ ਕਿ ਮੇਰਾ ਲਾਈਫ ਸਟਾਈਲ ਇੰਪਰੂਵ ਹੋਇਆ, ਚੱਲ ਫਿਰ ਰਹੀ ਹੈ, ਮਾਵਾਂ ਧੀਆਂ ਦੋਵੇਂ ਆਪਣੇ ਪਬਲਿਕ ਟਰਾਂਸਪੋਰਟ ਤੇ ਆਈਆਂ ਨੇ। ਸੋ ਇਟ ਸਪੀਕਸ ਵੋਲਿਊਮ ਆਫ ਦ ਸਕਸੈਸ। ਅਸੀਂ ਗੱਲਬਾਤ ਕਰਾਂਗੇ ਲਵਪ੍ਰੀਤ ਜੀ ਨਾਲ, ਦਿਖਾਉਣਾ ਚਾਹਾਂਗੇ ਕਿ ਲਵਪ੍ਰੀਤ ਜੀ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਹੈਗਾ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਕਿੱਦਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿੱਦਾਂ ਫੀਲ ਹੋ ਰਿਹਾ ਤੁਹਾਨੂੰ ਅੱਜ?
ਸਰ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਅਸੀਂ 5-6 ਸਾਲ ਤੋਂ ਮੈਨੂੰ ਇਹ ਪ੍ਰੋਬਲਮ ਆ ਟਿਊਮਰ ਦੀ ਜੀ ਔਰ ਉਸ ਟਾਈਮ ਸਭ ਤੋਂ ਪਹਿਲਾਂ ਮੈਂ ਬਹੁਤ 2-3 ਹਸਪੀਟਲ ਦੇ ਵਿੱਚ ਫਿਰੀ ਹਾਂ ਜੀ ਪਰ ਉਹਦੇ ਵਿੱਚ ਕੀ ਆ ਕਿ ਕੋਈ ਵੀ ਹਸਪੀਟਲ ਨੇ ਮੈਨੂੰ ਨਹੀਂ ਦੱਸਿਆ ਔਰ ESI ਹਸਪੀਟਲ ਦੇ ਵਿੱਚ ਗਏ ਉਹਨਾਂ ਨੇ ਮੈਨੂੰ ਰੈਫਰ ਕੀਤਾ ਇਸ ਹਸਪੀਟਲ ਦੇ ਵਿੱਚ ਔਰ ਇਸ ਹਸਪੀਟਲ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਸ਼ੱਕ ਪਾਈ ਔਰ MRI ਦੇ ਥਰੂ ਕਿ ਸ਼ਾਇਦ ਇਹ ਕੈਂਸਰ ਹੋ ਜੇ ਤਾਂ ਡਾਕਟਰ ਨੇ ਮੰਮਾ ਨੂੰ ਸਮਝਾਇਆ ਮੇਰੇ ਮੰਮਾ ਨੇ ਔਰ ਇਹਨਾਂ ਨੂੰ ਸਮਝਾਇਆ ਕਿ ਅਗਰ ਆਪਾਂ ਆਪਰੇਸ਼ਨ ਕਰਦੇ ਆ ਸ਼ਾਇਦ ਰਿਸਕੀ ਆਪਰੇਸ਼ਨ ਆ ਔਰ ਡਾਕਟਰ ਦੇ ਕੋਆਪਰੇਟ ਦੇ ਨਾਲ ਕੀ ਆਪਰੇਸ਼ਨ ਸਕਸੈਸਫੁਲ ਰਿਹਾ ਔਰ ਪਹਿਲਾਂ ਜੋ ਸੀਗੀ ਮੈਨੂੰ ਪ੍ਰੋਬਲਮ ਸੀਗੀ ਕਿ ਮੇਰੇ ਭਾਰ ਬਹੁਤ ਸੀਗਾ ਲੱਤ ਦੇ ਵਿੱਚ ਅੱਛਾ ਜੀ ਤੇ ਮੈਨੂੰ ਚੱਲਣ ਫਿਰਨ ਦੇ ਵਿੱਚ ਵੀ ਆਉਂਦੀ ਸੀ ਪ੍ਰੋਬਲਮ ਬਟ ਹੁਣ ਕੀ ਆ ਕਿ ਮੈਨੂੰ ਆਪਣੇ ਆਪ ਨੂੰ ਰਿਲੈਕਸ ਫੀਲ ਹੁੰਦਾ ਆ ਔਰ ਹੁਣ ਮੈਂ ਖੁਸ਼ ਵੀ ਆ ਕਿ ਜੋ ਚਾਹਾਂ ਮੈਂ ਵੀਅਰ ਵੀ ਕਰ ਸਕਦੀ ਆ ਸੋ ਆਪਰੇਸ਼ਨ ਤੁਸੀਂ ਜਿਵੇਂ ਕਿਹੜੀ ਕਲਾਸ 'ਚ ਪੜ੍ਹਦੇ ਹੋ? ਹਾਂਜੀ ਮੇਰੀ +2 ਪਾਸ ਆਊਟ ਹੋਈ ਆ ਕਿਹੜੇ ਸਕੂਲ 'ਚੋਂ? ਰਾਹੋਂ ਰੋਡ ਐਕਸਲੈਂਟ ਪਬਲਿਕ ਸਕੂਲ ਕੜਿਆਣਾ ਕਲਾਂ। ਸੋ ਬੇਸਿਕਲੀ ਜਿਵੇਂ ਤੁਸੀਂ ਹੁਣ ਪਹਿਲਾਂ ਦੇ ਤੇ ਹੁਣ 'ਚ ਤੁਸੀਂ ਕੋਈ ਜਿਵੇਂ ਸਪੋਰਟਸ ਵਗੈਰਾ ਵੀ ਖੇਡਦੇ ਹੋ ਜਾਂ ਜਿਵੇਂ ਤੁਸੀਂ ਪਹਿਲੇ ਆਪਰੇਸ਼ਨ ਤੋਂ ਪਹਿਲਾਂ ਤੇ ਹੁਣ 'ਚ ਕੀ ਫਰਕ ਮਹਿਸੂਸ ਕਰ ਰਹੇ ਹੋ? ਹਾਂਜੀ ਸੋ ਸਪੋਰਟਸ ਦੇ ਮੈਂ ਲੱਤ ਕਰਕੇ ਸਪੋਰਟਸ ਨਹੀਂ ਖੇਡ ਸਕੀ ਪਹਿਲਾਂ ਵੀ ਸੋ ਨਾ ਮੇਰਾ ਇੰਟਰਸਟ ਸਪੋਰਟਸ ਦੇ ਵਿੱਚ ਨਹੀਂ ਸੀਗਾ ਸੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਮੇਰੀ ਲੱਤ ਠੀਕ ਆ ਔਰ ਮੈਂ ਅੱਗੇ ਕਰ ਸਕਦੀ ਹਾਂ ਸਪੋਰਟਸ ਦੇ ਵਿੱਚ ਔਰ ਹੁਣ ਮੈਨੂੰ ਬਹੁਤ ਹੀ ਰਿਲੈਕਸ ਫੀਲ ਹੋ ਰਿਹਾ ਆ। ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੂੰ ਜਿਨ੍ਹਾਂ ਨੇ ਤੁਹਾਡੀ ਆਪਰੇਸ਼ਨ ਕਰਕੇ ਤੁਹਾਨੂੰ ਇੱਕ ਨਵੀਂ ਕਹਿ ਲਓ ਲਾਈਫ ਦੇ ਦਿੱਤੀ ਹੈਗੀ ਹੈ? ਹਾਂਜੀ ਸੋ ਮੈਂ ਡਾਕਟਰ ਸਾਹਿਬ ਦੇ ਲਈ ਵੀ ਉਹਨਾਂ ਦਾ ਥੈਂਕਸ ਕਰਨਾ ਚਾਹੂੰਗੀ ਕਿਉਂਕਿ ਬਾਕੀ ਹਸਪੀਟਲ ਦੇ ਵਿੱਚ ਆਪਾਂ ਕਈ ਦੇਖਦੇ ਕਿ ਡਾਕਟਰ ਗੱਲ ਨਹੀਂ ਸੁਣਦੇ ਹੈਗੇ ਸੋ ਮੈਂ ਇਸ ਹਸਪੀਟਲ ਦੀ ਇਹੀ ਤਾਰੀਫ ਕਰਨਾ ਚਾਹੁੰਦੀ ਹਾਂ ਕਿ ਸਾਰੇ ਜਿਵੇਂ ਪੇਸ਼ੈਂਟ ਨੇ ਉਹਨਾਂ ਦੇ ਨਾਲ ਆਪ ਸਾਰਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਨੇ। ਠੀਕ ਹੈ ਸੋ ਗੱਲਬਾਤ ਕਰਾਂਗੇ ਬੱਚੀ ਦੀ ਮਦਰ ਨਾਲ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਰਮਨਦੀਪ ਆ ਮੈਂ ਲਵਪ੍ਰੀਤ ਦੀ ਮੰਮਾ ਜੀ। ਤਾਂ ਅਸੀਂ ਤੁਸੀਂ ਲੁਧਿਆਣੇ ਦੇ ਰਹਿਣ ਵਾਲੇ? ਹਾਂਜੀ ਅਸੀਂ ਲੁਧਿਆਣੇ ਦੇ ਰਹਿਣ ਵਾਲੇ ਜੋਦਲ ਬਸਤੀ ਤੋਂ ਰਾਹੋਂ ਰੋਡ ਪੈਂਦਾ ਉੱਥੇ। ਕਿੰਨੀ ਕੁ ਦੇਰ ਤੋਂ ਤੁਸੀਂ ਪਰੇਸ਼ਾਨ ਸੀਗੇ? ਅਸੀਂ ਸਾਨੂੰ ਹੋ ਗਏ ਜੀ 6 ਸਾਲ ਤਾਂ ਹੋ ਹੀ ਗਏ ਨੇ। ਮੈਂ ਤਾਂ ਜਦ ਗੁੜੀਆ 12 ਸਾਲ ਦੀ ਸੀ ਜਦ ਦੀ ਮੈਂ ਉਹ ਦੇਖੀ ਹੋਈ ਸੀਗੀ। ਦੇਖਣ ਤੋਂ ਬਾਅਦ ਚਲੋ ਮੈਂ 2-4 ਵਾਰੀ ਹਸਪਤਾਲਾਂ 'ਚ ਗਏ ਵੀ ਆ ਸਾਨੂੰ ਨਹੀਂ ਫਿਰ ਵੀ ਮਦਰ ਥੱਕ ਜਾਂਦੀ ਸੀ ਮੈਂ ਬਹਿ ਜਾਂਦੀ ਸੀ ਫਿਰ ਵੀ ਚਲੋ ਹੁਣ ਗੁੜੀਆ ਨੇ ਹਿੰਮਤ ਕੀਤੀ ਕਿ ਹਾਂ ਚਲੋ ਫਿਰ ਵੀ ਆਉਂਦੀ ਰਹੀ ਰੋਜ਼ ਜਾਂਦੀ ਰਹੀ ਇਸ ਕਰਕੇ ਕਿ ਹਾਂ ਇਹਨੂੰ ਕੋਈ ਦਿੱਕਤ ਸੀਗੀ ਪ੍ਰੋਬਲਮ ਸੀਗੀ ਤਾਂ ਕਰਕੇ ਇਹਨੇ ਹੁਣ ਹਿੰਮਤ ਕੀਤੀ ਕਿ ਹਾਂ ਮੰਮਾ ਮੈਂ ਜਾਂਦੀ ਆ ਮੈਂ ਕਰਵਾਉਂਦੇ ਆ। ਫਿਰ ਅਸੀਂ ਚਲੋ ਮੈਂ ਵੀ ਫਿਰ ਇਹਨਾਂ ਦੇ ਨਾਲ ਆਈ ਆ ਤਾਂ ਅਸੀਂ ਜੀ ਇਸ ਹਸਪੀਟਲ 'ਚ ਆਏ ਸਾਨੂੰ ਪਹਿਲਾਂ ਰੈਫਰ ਕੀਤਾ ਸੀ ਉੱਥੇ ਸਾਨੂੰ ਵੀ ਸ਼ੱਕ ਸੀਗੀ ਵੀ ਹਾਂਜੀ ਕੈਂਸਰ ਆ ਪਰ ਨਹੀਂ ਅਸੀਂ ਜਦੋਂ ਇਸ ਹਸਪੀਟਲ 'ਚ ਆਏ ਸਾਨੂੰ ਮੋਰੇ ਦੀਪਕ ਵਿਕਾਸ ਡਾਕਟਰ ਜੀ ਮਿਲੇ ਨੇ ਬਹੁਤ ਸਾਡੇ ਨਾਲ ਉਹਨਾਂ ਨੇ ਵਧੀਆ ਗੱਲਬਾਤ ਕੀਤੀ ਆ ਬਹੁਤ ਸਾਨੂੰ ਰਾਹ ਪਾਇਆ ਨਹੀਂ ਤਾਂ ਜਿੱਦਾਂ ਸਾਨੂੰ 6-7 ਸਾਲ ਤੋਂ ਡਾਕਟਰਾਂ ਨੇ ਰਾਹ ਨਹੀਂ ਸੀ ਪਾਇਆ ਇਹਨਾਂ ਨੇ ਸਾਨੂੰ ਰਾਹ ਪਾਇਆ ਤਾਂ ਸਾਡੀ ਬੇਟੀ ਦੀ ਲੱਤ ਬਚਾਈ ਹਰ ਇੱਕ ਨਾੜੀ ਵੀ ਬਚਾਈ ਹਰ ਇੱਕ ਅੰਦਰੋਂ ਸਰਕਰ ਖੂਨ ਦਾ ਸਾਰਾ ਕੁਝ ਵਧੀਆ ਕੀਤਾ। ਇਸੇ ਲਈ ਮੇਰੇ ਲਈ ਤਾਂ ਇਹ ਮੇਰੇ ਰੱਬ ਹੀ ਆ ਜਾਂ ਕਿਸੇ ਤਰ੍ਹਾਂ ਨਾਲ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਚਲਦੀ ਆਈ ਸੀ ਚਲਦੀ ਘਰੇ ਗਈ ਆ ਤਾਂ ਹੁਣ ਵੀ ਠੀਕ ਠਾਕ ਆ ਕੋਈ ਉਹਨੂੰ ਮਲੂਮ ਨਹੀਂ ਹੋਇਆ ਹੈਗਾ ਵੀ ਹਾਂ ਜਾਂ ਮੇਰਾ ਆਪਰੇਸ਼ਨ ਹੋਇਆ ਜਾਂ ਕੁਝ ਵੀ ਹੋਇਆ ਬਾਕੀ ਅਸੀਂ ਬਹੁਤ ਵਧੀਆ ਫੀਲ ਕਰਦੇ ਹਾਂ। ਹੁਣ ਮੈਂ ਇੱਕ ਵਾਰੀ ਫਿਰ ਬੱਚੀ ਨੂੰ ਪੁੱਛਣਾ ਚਾਹਾਂਗਾ ਕਿ ਪਹਿਲਾਂ ਜਦੋਂ ਕਿਸੇ ਨੇ ਸ਼ੱਕ ਪਾ ਦਿੱਤਾ ਸੀਗਾ ਕਿ ਤੁਹਾਨੂੰ ਸ਼ਾਇਦ ਕੈਂਸਰ ਹੋ ਸਕਦਾ ਹੈ ਤੇ ਉਦੋਂ ਮਨ 'ਚ ਕਿੱਦਾਂ ਦੀ ਫੀਲਿੰਗ ਆਉਂਦੀ ਸੀ ਕਿ ਡਰ ਜਿਹਾ ਮਹਿਸੂਸ ਸੀ ਤੇ ਬਾਅਦ 'ਚੋਂ ਜਦੋਂ ਇੱਥੇ ਆ ਕੇ ਉਹ ਕੈਂਸਰ ਨਹੀਂ ਨਿਕਲਿਆ ਤਾਂ ਉਹਦਾ ਕਿੱਦਾਂ ਫੀਲ ਹੋਇਆ? ਹਾਂਜੀ ਸੋ ਮੈਂ ਦੱਸਣਾ ਚਾਹਾਂਗੀ ਕਿ ਪਹਿਲਾਂ ਜੋ ਮੈਨੂੰ ਡਰ ਪਾ ਦਿੱਤਾ ਸੀਗਾ ਪਰ ਇੱਦਾਂ ਕਿ ਮੇਰੇ ਮਨ ਦੇ ਵਿੱਚ ਮੈਨੂੰ ਨਹੀਂ ਡਰ ਸੀ ਪਰ ਮੈਨੂੰ ਇੱਦਾਂ ਸੀਗਾ ਕਿ ਮੇਰੀ ਫੈਮਿਲੀ ਦੇ ਮਨ ਦੇ ਵਿੱਚ ਡਰ ਆ ਕਿ ਮੈਨੂੰ ਚਲੋ ਵਧੀਆ ਮੈਂ ਆਪਣਾ ਅੱਗੇ ਵੀ ਦੇਖਣਾ ਚਾਹੁੰਦੀ ਸੀ ਫਿਊਚਰ ਤੇ ਮੈਂ ਫੈਮਿਲੀ ਨੂੰ ਵੀ ਇਹੀ ਸਮਝਾਇਆ ਕਿ ਡਾਕਟਰ ਨੇ ਜੋ ਇਹ ਹਸਪੀਟਲ ਵਧੀਆ ਬਾਕੀ ਹਸਪੀਟਲ ਨਾਲੋਂ ਔਰ ਕਿ ਹਸਪੀਟਲ ਦੇ ਵਿੱਚ ਕਿ ਗਰੰਟੀ ਆ ਕਿ ਨਹੀਂ ਮੰਮਾ ਕੁਝ ਨਹੀਂ ਹੁੰਦਾ ਹੈਗਾ ਕਿ ਆਪਾਂ ਟਰਸਟ ਕਰਕੇ ਆਪਰੇਸ਼ਨ ਕਰਾਉਂਦੇ ਆ ਔਰ ਆਪਰੇਸ਼ਨ ਸਕਸੈਸਫੁਲ ਵੀ ਹੋਇਆ ਵਧੀਆ ਹੋਇਆ। ਕਿੰਨੇ ਦਿਨ ਹੋ ਗਏ ਤੁਹਾਡੇ ਆਪਰੇਸ਼ਨ ਨੂੰ? ਹਾਂਜੀ ਮੇਰਾ ਪਿੱਛੇ 24 ਜੁਲਾਈ ਨੂੰ ਪਿਛਲੇ ਸੈਟਰਡੇ ਹੋਇਆ 9 ਦਿਨ ਹੋ ਗਏ। ਉਸ ਤੋਂ ਬਾਅਦ ਤੁਸੀਂ ਰੈਗੂਲਰ ਚੱਲ ਫਿਰ ਰਹੇ ਹੋ? ਹਾਂਜੀ ਅੱਛਾ ਰੈਗੂਲਰ ਚੱਲ ਫਿਰ ਤੇ ਕੁਝ ਕਹਿਣਾ ਚਾਹੋਗੇ ਹੁਣ? ਹਾਂਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਮੇਰੇ ਬਾਕੀ ਰਿਸ਼ਤੇਦਾਰ ਵੀ ਕਹਿੰਦੇ ਸੀਗੇ ਕਿ ਨਹੀਂ ਠੀਕ ਨਹੀਂ ਹੈਗੀ ਕਰਾਉਣਾ ਬਟ ਜਿੱਦਾਂ ਮੈਂ ਪਹਿਲਾਂ ਚੱਲ ਕੇ ਆਈ ਹਾਂ ਇਸ ਹਸਪੀਟਲ ਦੇ ਵਿੱਚ ਇੱਦਾਂ ਹੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਚੱਲ ਕੇ ਗਈ ਹਾਂ ਔਰ ਹਸਪੀਟਲ ਵਾਲੇ ਵੀ ਦੇਖ ਕੇ ਹੈਰਾਨ ਜਾਂ ਇੰਨਾ ਵਧੀਆ ਮੇਰਾ ਆਪਰੇਸ਼ਨ ਹੋਇਆ ਕਿ ਪਹਿਲੇ ਦਿਨ ਮੇਰਾ ਆਪਰੇਸ਼ਨ ਹੋਇਆ ਔਰ ਦੂਸਰੇ ਦਿਨ ਮੇਰੀਆਂ ਸਾਰੀਆਂ ਨਾੜੀਆਂ ਨੇ ਜੋ ਚੱਲ ਰਹੀਆਂ ਸੀ। ਠੀਕ ਹੈ ਜੀ ਥੈਂਕ ਯੂ। ਹਾਂਜੀ ਸੋ ਦੋਸਤੋ ਇਹ ਸੀਗੀ ਲਵਪ੍ਰੀਤ ਕੌਰ ਜਿਨ੍ਹਾਂ ਨੇ ਖੁਦ ਦੱਸਿਆ ਤੁਹਾਡੇ ਸਾਹਮਣੇ
ਕਿ ਉਹਨਾਂ ਨੇ ਖੁਦ ਦੱਸਿਆ ਕਿ ਕਿੱਦਾਂ 24 ਜੁਲਾਈ ਨੂੰ ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ, ਜਦ ਕਿ ਪਹਿਲਾਂ ਉਹ ਡਰਦੇ ਸੀਗੀ, ਉਹਨਾਂ ਨੂੰ ਵਹਿਮ ਪਾ ਦਿੱਤਾ ਗਿਆ ਸੀ ਜਾਂ ਕਨਫਿਊਜ਼ਨ ਸੀ ਕਿਤੇ ਕਿ ਉਹਨਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਕੈਂਸਰ ਇਹੋ ਜਿਹੀ ਇੱਕ ਬਿਮਾਰੀ ਹੈ ਕਿ ਬੰਦਾ ਸੋਚ ਕੇ ਸੁਣ ਕੇ ਡਰ ਜਾਂਦਾ। ਸੋ ਇਹੋ ਜਿਹੇ ਚੈਲੰਜ ਨੂੰ ਉਹਨਾਂ ਨੇ ਡਾਕਟਰ ਸਾਹਿਬ ਦੇ ਭਰੋਸੇ ਤੇ ਅਸੈਪਟ ਕੀਤਾ ਔਰ ਨਾਲ ਸਾਥ ਦੇ ਕੇ ਜਿਹੜਾ ਆਪਣੇ ਆਪ ਨੂੰ ਇੱਕ ਨਵੀਂ ਲਾਈਫ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਕਿੱਦਾਂ ਉਹਨਾਂ ਨੂੰ ਚੱਲਣ ਫਿਰਨ 'ਚ ਦਿੱਕਤ ਆਉਂਦੀ ਸੀ, ਹੁਣ ਬਿਲਕੁਲ ਵੀ ਨਹੀਂ ਆ ਰਹੀ ਔਰ ਬਿਲਕੁਲ ਉਹ ਠੀਕ ਹੈਗੇ। ਔਰ ਡਾਕਟਰ ਸਾਹਿਬ ਦੀ ਵੀ ਮਿਹਨਤ ਹੈ, ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਦੱਸਿਆ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।